ਬਿਜਲਈ ਮੀਡੀਆ ਦੇ ਵੀਰਾਂ ਦਾ ਧੰਨਵਾਦ। ਜਿੰਨੇ ਵੀ ਸਾਰੇ ਇੱਥੇ ਅੱਜ ਛੋਟੇ ਜਿਹੇ ਸੱਦੇ ਤੇ ਪਹੁੰਚੇ, ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਇੱਥੇ ਆਏ ਸੀਗੇ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਟੈਲੀਕਾਸਟ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣਾ ਚੈਨਲ ਪੈਦਾ ਬਣਾ ਕੇ ਆਪਣਾ ਚੈਨਲ ਪੈਦਾ ਕਰਕੇ ਉਹਦੇ ਤੇ ਲਾਈਵ ਟੈਲੀਕਾਸਟ ਕੀਤਾ ਜਾਵੇ। ਸਮੁੱਚੀ ਕੌਮ ਦੀ, ਸਮੁੱਚੇ ਪੰਥ ਦੀ ਮੰਗ ਸੀ। ਕਈ ਵਾਰ ਇਹ ਮਸਲੇ ਵੱਖ-ਵੱਖ ਪਲੇਟਫਾਰਮ ਤੇ ਉੱਠ ਚੁੱਕੇ ਆ ਕਿ ਜਿਹੜਾ ਪੀਟੀਸੀ ਚੈਨਲ ਆ ਇਹ ਬਾਦਲ ਪਰਿਵਾਰ ਦਾ ਨਿੱਜੀ ਚੈਨਲ ਹੈ ਤੇ ਇਸ ਨੂੰ ਦਰਬਾਰ ਸਾਹਿਬ ਦੇ ਗੁਰਬਾਣੀ ਦੇ ਕਥਾ ਕੀਰਤਨ ਦਾ ਵਪਾਰੀਕਰਨ ਕੀਤਾ ਜਾ ਰਿਹਾ। ਸੋ ਹੁਣ ਤੁਸੀਂ ਦੇਖਿਆ ਕਿ ਉਹ ਚੈਨਲ ਜਿਹੜਾ ਇੱਕ ਵੱਡੇ ਸੈਕਸ ਸਕੈਂਡਲ ਦੇ ਵਿੱਚ ਫਸ ਚੁੱਕਾ, ਜਿਹੜੀ ਸਾਡੇ ਲਈ ਬੜੀ ਨਮੋਸ਼ੀ ਵਾਲੀ ਗੱਲ ਆ ਪੂਰੀ ਕੌਮ ਵਾਸਤੇ, ਕਿ ਜਿਸ ਨੂੰ ਕਰੋੜਾਂ ਅਰਬਾਂ ਦਾ ਵਪਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲਾਈਵ ਟੈਲੀਕਾਸਟ ਕਰਕੇ ਮਿਲਿਆ ਹੋਵੇ। ਉਸ ਦਾ ਜੋ ਪਿਛਲੇ ਦਿਨੀ ਆਏ ਤਾਂ ਇੱਕ ਕੇਸ ਸਾਹਮਣੇ ਆਇਆ, ਉਹਦੇ ਵਿੱਚ ਕਿੰਨੇ ਕੇਸ ਦੀ ਕੋਈ ਗਿਣਤੀ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਬਿਆਨ ਦਿੱਤਾ ਮੈਂ ਇਹਦਾ ਸਵਾਗਤ ਕਰਦਾ, ਪਰ ਇਹ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਇਹ ਅੱਜ ਕਿਉਂ ਦਿੱਤਾ? ਜਦੋਂ ਉਹ ਸੈਕਸ ਸਕੈਂਡਲ ਦੇ ਵਿੱਚ ਫਸ ਗਿਆ ਤਾਂ ਫਿਰ ਇਹ ਬਿਆਨ ਜਿਹੜਾ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇੱਕ ਬਿਆਨ ਹੁਣ ਹੁਕਮ ਹੋਰ ਜਾਰੀ ਕਰ ਦੇਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਇਲੈਕਸ਼ਨ ਦੇ ਅੰਦਰ ਬਾਦਲ ਪਰਿਵਾਰ ਨੂੰ ਸਮੁੱਚੇ ਪੰਥ ਨੇ, ਪੰਜਾਬ ਨੇ ਨਕਾਰ ਦਿੱਤਾ। 10 ਵਾਰ ਦਾ ਐਮਐਲਏ ਤੇ 5 ਵਾਰ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਘਰੇ ਬਿਠਾ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਇੱਕ ਤਾਂ ਫਖਰੇ ਕੌਮ ਜਿਹੜਾ ਆਪਣੇ ਜਥੇਦਾਰਾਂ ਦੇ ਕੋਲੋਂ ਉਸਨੇ ਅਵਾਰਡ ਲਿਆ ਸੀਗਾ ਉਹ ਵਾਪਸ, ਵੈਸੇ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਹੀ ਚਾਹੀਦਾ ਕਿ ਉਹ ਜਿਹੜਾ ਅਵਾਰਡ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਰੱਖ ਦੇਣਾ ਚਾਹੀਦਾ ਕਿ ਮੈਂ ਇਸ ਦੇ ਕਾਬਿਲ ਨਹੀਂ ਆ, ਕਿਉਂਕਿ ਪੰਥ ਰਤਨ ਤੇ ਫਖਰੇ ਕੌਮ ਸਾਡੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ, ਸਰਦਾਰ ਹਰੀ ਸਿੰਘ ਨਲੂਆ ਨੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ, ਉਹ ਸਾਡੇ ਪੰਥ ਰਤਨ ਤੇ ਫਖਰੇ ਕੌਮ ਆ। ਔਰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਜਿਨ੍ਹਾਂ ਨੂੰ ਦਿੱਤਾ ਗਿਆ, ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੂਰੀ ਕੌਮ ਨੇ ਪ੍ਰਵਾਨਿਤ ਕੀਤਾ। ਸੰਤ ਬਾਬਾ ਜਰਨੈਲ ਸਿੰਘ ਨੂੰ ਜੋ ਦਿੱਤਾ ਗਿਆ, ਪਰ ਫਖਰੇ ਕੌਮ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ। ਸੋ ਇਸ ਕਾਰਨ ਕਰਕੇ ਖੁਦ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ, ਨਹੀਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਕਿ ਉਹ ਬਿਆਨ ਜਾਰੀ ਕਰਕੇ ਜਾਂ ਹੁਕਮ ਜਾਰੀ ਕਰਕੇ ਇਹ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਉਹ ਵੀ ਵਾਪਸ ਲੈਣ, ਤੇ ਨਾਲ ਹੀ ਇੱਕ ਹੁਕਮ ਜਾਰੀ ਕਰਨ ਕਿ ਉਹ ਸ਼੍ਰੋਮਣੀ ਸੰਸਥਾਵਾਂ ਤੋਂ ਕਬਜ਼ਾ ਛੱਡ ਕੇ ਤੇ ਆਪਣੇ ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੇ। ਰਹਿੰਦੀ ਜ਼ਿੰਦਗੀ ਉਹ ਬਾਦਲ ਪਰਿਵਾਰ ਉਹਨੇ ਸ਼੍ਰੋਮਣੀ ਸੰਸਥਾਵਾਂ ਦਾ ਘਾਣ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀਆਂ ਮਹਾਨ ਸੰਸਥਾਵਾਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀਆਂ ਸੀਗੀਆਂ, ਅੱਜ ਉਹਨਾਂ ਦਾ ਇੰਨਾ ਜਨਾਜ਼ਾ ਕੱਢ ਦਿੱਤਾ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਬੱਸਾਂ ਭਰ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਸੀਗੇ। ਇੰਨੀ ਵੱਡੀ ਗਿਣਤੀ ਸੀ, ਇੱਕ ਬੱਸ 'ਚ ਨਹੀਂ ਸੀ ਆਉਂਦੇ, ਜਾਂ ਸੱਤਾ 'ਚ ਹੁੰਦੇ, ਸਰਕਾਰ 'ਚ ਹੁੰਦੇ, ਨਹੀਂ ਤਾਂ ਵਿਰੋਧੀ ਧਿਰ 'ਚ ਹੁੰਦੇ ਸਨ, ਬੱਸਾਂ ਭਰ ਕੇ ਜਾਂਦੇ ਸਨ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਇੱਕ ਸਕੂਟਰੀ ਦੇ ਉੱਤੇ ਵਿਧਾਨ ਸਭਾ 'ਚ ਜਾ ਸਕਦੇ ਆ। 3 ਨੇ, ਇੱਕ ਮਾਝਾ, ਇੱਕ ਮਾਲਵਾ, ਇੱਕ ਦੁਆਬਾ। ਦੁਆਬੇ 'ਚੋਂ ਵੀ ਬਸਪਾ ਦਾ ਜਿਹੜਾ ਅਲਾਇੰਸ ਅਕਾਲੀ ਦਲ ਬਾਦਲ ਦਾ, ਸੋ 2 ਹੀ ਐਮਐਲਏ ਜਿਹੜੇ ਜਿੱਤੇ। ਸੋ ਇੰਨੀ ਨਮੋਸ਼ੀ ਭਰੀ ਹਾਲ ਜਿਹੜੀ ਪੰਥ ਦੀ ਸ਼ਹੀਦਾਂ ਦੀ ਜਥੇਬੰਦੀ ਸੀ ਉਹਨੂੰ ਇੰਨੇ ਨਿਘਾਰ ਤੱਕ ਲਿਜਾਣਾ ਇਹ ਬਾਦਲ ਪਰਿਵਾਰ ਦੇ ਕਰਕੇ ਆ। ਅੱਜ ਬਿਕਰਮ ਸਿੰਘ ਮਜੀਠੀਆ ਦੇਖੋ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠਾ, ਹਜ਼ਾਰਾਂ ਕਰੋੜਾਂ ਦੇ ਡਰੱਗ ਦੇ ਪਰਚੇ ਦੇ ਅੰਦਰ, ਕਿ ਜੋ ਨੌਜਵਾਨੀ ਨੂੰ ਡਰੱਗ ਵਿੱਚ ਨਸ਼ੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਜ ਉਸ ਪਰਚੇ ਦੇ ਵਿੱਚ ਤੇ ਕੋਈ ਹਾਈ ਕੋਰਟ ਵਿੱਚ ਜ਼ਮਾਨਤ ਲਾਉਣ ਨੂੰ ਤਿਆਰ ਨਹੀਂ ਹੋ ਰਿਹਾ। ਪਰਿਵਾਰ ਦੇ ਵਿੱਚ ਵੱਡਾ ਰੌਲਾ ਪੈ ਚੁੱਕਾ ਇਸ ਗੱਲ ਦਾ, ਮਜੀਠੀਆ ਪਰਿਵਾਰ ਤੇ ਬਾਦਲ ਪਰਿਵਾਰ ਦੇ ਅੰਦਰ, ਕਿਉਂਕਿ ਬਿਕਰਮ ਸਿੰਘ ਮਜੀਠੀਆ ਡਰੱਗ ਦੇ ਕੇਸ ਦੇ ਵਿੱਚ ਪਟਿਆਲੇ ਦੀ ਜੇਲ੍ਹ ਦੇ ਵਿੱਚ ਜੇਲ੍ਹ ਵਿੱਚ ਬੰਦ ਆ। ਇਸ ਦੇ ਨਾਲ ਹੀ ਜਿੱਥੇ ਅਕਾਲੀ ਦਲ ਮਹਾਨ ਸੰਸਥਾ ਦਾ ਐਡਾ ਵੱਡਾ ਨੁਕਸਾਨ ਕੀਤਾ ਬਾਦਲ ਪਰਿਵਾਰ ਨੇ, ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਨੁਕਸਾਨ ਕੀਤਾ ਕਿ ਸੰਗਤਾਂ ਦੀ ਸ਼ਰਧਾ ਤੇ ਭਾਵਨਾ ਘਟ ਚੁੱਕੀ ਹੈ। ਸੰਗਤਾਂ ਦੀ ਸ਼ਰਧਾ ਭਾਵਨਾ ਇਸ ਤਰੀਕੇ ਨਾਲ ਘਟੀ ਹੈ ਕਿ ਕਿੱਥੇ ਸੰਗਤਾਂ ਅੱਜ ਵੀ ਇੱਥੇ ਵੱਡੀ ਗਿਣਤੀ 'ਚ ਆਉਂਦੀਆਂ ਨੇ, ਪਰ ਉਹ ਭੇਟਾ ਪਾਉਣ ਲੱਗੀਆਂ ਕੁਝ ਕਤਰਾਉਂਦੀਆਂ ਨੇ ਕਿ ਸਾਰਾ ਬਾਦਲ ਪਰਿਵਾਰ ਦੇ ਖਜ਼ਾਨੇ 'ਚ ਜਾਣਾ, ਕਿਉਂਕਿ ਬਾਦਲ ਪਰਿਵਾਰ ਨੇ ਖੁਦ
ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਦੀ ਅੰਤਮ ਅਰਦਾਸ ਸੀ ਤੇ ਉਹਨਾਂ ਦੇ ਹੀ ਫਰਜ਼ੰਦ ਜਿਹੜਾ ਮਨਪ੍ਰੀਤ ਸਿੰਘ ਬਾਦਲ ਉਹਨੇ ਕਿਹਾ ਸੀਗਾ ਕਿ ਜਿਹੜਾ ਲੰਗਰ ਆ ਉਹ ਗੁਰਦੁਆਰਿਆਂ ਤੋਂ ਬਣ ਕੇ ਆਇਆ ਸੀਗਾ। ਲੰਗਰ ਜਿਹੜਾ ਸੀ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਣ ਕੇ ਆਇਆ ਸੀਗਾ। ਪ੍ਰਕਾਸ਼ ਸਿੰਘ ਬਾਦਲ ਦੀ, ਸੁਖਬੀਰ ਸਿੰਘ ਬਾਦਲ ਦੀ ਮਾਤਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਦੇ ਭੋਗ ਤੇ। ਸੋ ਇਸ ਕਰਕੇ ਸੰਗਤਾਂ ਦੇ ਵਿੱਚ ਜਿਹੜੀ ਅਸ਼ਰਧਾ ਪੈਦਾ ਹੋਈ ਹੈ ਇਸ ਪਰਿਵਾਰ ਦੇ ਕਾਰਨ, ਤਾਂ ਹੀ ਅੱਜ 5 ਅਰਬ ਦਾ ਬਜਟ ਘਟਾ ਕੇ ਪੇਸ਼ ਕੀਤਾ। 500 ਕਰੋੜ ਦਾ ਘਾਟਾ ਸ਼੍ਰੋਮਣੀ ਕਮੇਟੀ ਨੇ ਸੋ ਕੀਤਾ। ਤੁਹਾਡੇ ਸਾਹਮਣੇ ਆ, ਬਹਾਨਾ ਦਿੱਤਾ ਗਿਆ ਕਰੋਨਾ ਕਾਲ ਦਾ। ਮੈਂ ਨਾਲ ਹੀ ਕਹਿਣਾ ਚਾਹੁੰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਤਕਰੀਬਨ 1.5 ਸਾਲ ਤੋਂ ਮੇਰੇ ਕੋਲੇ ਸੇਵਾ ਉਹਦੀ। ਕਰੋਨਾ ਇਕੱਲੇ SGPC ਦੇ ਗੁਰਦੁਆਰਿਆਂ 'ਚ ਤਾਂ ਨਹੀਂ ਹੈ, ਕਰੋਨਾ ਦਾ ਰੌਲਾ ਪੂਰੇ ਸਾਰੇ ਹੀ ਬਾਕੀ ਗੁਰਦੁਆਰਿਆਂ, ਮੰਦਿਰ, ਮਸਜਿਦਾਂ ਸਾਰੇ ਪਾਸੇ ਸੀਗਾ, ਪੂਰੇ ਦੇਸ਼ ਵਿੱਚ ਸੀ। ਪਰ ਇਸ ਦੇ ਬਾਵਜੂਦ ਇਧਰ ਸ਼੍ਰੋਮਣੀ ਕਮੇਟੀ ਆਪਣਾ ਬਜਟ ਪਾਸ ਕਰ ਰਹੀ ਤੇ ਅਸੀਂ ਹਰਿਆਣਾ ਕਮੇਟੀ ਵੀ ਆਪਣਾ ਬਜਟ ਪਾਸ ਕਰ ਰਹੇ ਸੀ ਉਸੇ ਦਿਨ। ਭਾਵੇਂ ਕਿ ਸਾਡਾ ਬਜਟ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਆਟੇ 'ਚ ਲੂਣ ਵੀ ਨਹੀਂ ਆ, ਬਹੁਤ ਚੰਦ ਕੁ ਗੁਰਦੁਆਰਿਆਂ ਦਾ ਪ੍ਰਬੰਧ ਆ, ਪਰ ਸਾਡੇ ਸੁਚੱਜੇ ਪ੍ਰਬੰਧ ਦੇ ਕਾਰਨ ਹਰਿਆਣਾ ਕਮੇਟੀ ਦਾ ਬਜਟ 25% ਵਧਾ ਕੇ ਜਿਹੜਾ ਹੈਗਾ ਬਜਟ ਪੇਸ਼ ਹੋਇਆ ਤੇ ਪਾਸ ਹੋਇਆ ਸਰਬਸੰਮਤੀ ਨਾਲ। 25% ਵਾਧੇ ਦਾ, 25% ਵਾਧੇ ਦਾ ਜਿਹੜਾ ਬਜਟ ਆ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਸ ਹੋਇਆ। ਜੇ ਹਰਿਆਣਾ ਕਮੇਟੀ ਦਾ ਬਜਟ 25% ਵਾਧੇ ਨਾਲ ਪਾਸ ਹੋਇਆ ਤੇ ਫਿਰ ਸ਼੍ਰੋਮਣੀ ਕਮੇਟੀ ਦਾ 5 ਅਰਬ ਘਾਟੇ ਨਾਲ ਕਿਉਂ ਹੋਇਆ? ਇਹਦੇ ਵਾਸਤੇ ਵੀ ਮੈਂ ਸਮਝਦਾ ਬਾਦਲ ਪਰਿਵਾਰ ਜ਼ਿੰਮੇਵਾਰ ਆ ਕਿ ਉਸਨੇ ਸਾਡੀਆਂ ਇਹਨਾਂ ਸ਼੍ਰੋਮਣੀ ਸੰਸਥਾਵਾਂ ਨੂੰ ਨਿਘਾਰ ਵੱਲ ਉਹਨਾਂ ਨੇ ਲਿਜਾਣਾ ਕੀਤਾ। ਸਾਡੀਆਂ ਮਹਾਨ ਸੰਸਥਾਵਾਂ ਨੇ। ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਬਜ਼ੁਰਗਾਂ ਨੇ ਸਾਡਿਆਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦਾ। ਇਹਨਾਂ ਲੋਕਾਂ ਦੀ ਕੀ ਕੁਰਬਾਨੀ ਹੈ? ਬਾਦਲ ਪਰਿਵਾਰ ਦੀ, ਸੁਖਬੀਰ ਸਿੰਘ ਬਾਦਲ ਦੀ ਕੀ ਕੁਰਬਾਨੀ ਹੈ? ਇਹੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜੰਮਿਆ। ਉਹਨੇ ਕਿੰਨੇ ਦਿਨ ਪੰਥ ਵਾਸਤੇ ਜੇਲ੍ਹ ਕੱਟੀ ਜਾਂ ਕਿਹੜੇ ਪੰਥ ਦੇ ਮਸਲੇ ਦੇ ਵਿੱਚ ਸਟਰਗਲ ਕੀਤੀ ਹੈ ਕਿ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ। ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਕਿ ਇਸ ਪਰਿਵਾਰ ਨੂੰ ਇੱਕ ਹੁਕਮ ਜਾਰੀ ਕੀਤਾ ਜਾਵੇ ਕਿ ਇਹ ਆਪਣੇ ਘਰ ਬੈਠਣ, ਇਹਨਾਂ ਸੰਸਥਾਵਾਂ ਦਾ ਖਹਿੜਾ ਛੱਡਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਵੱਖਰਾ ਪ੍ਰਬੰਧ ਕਰ ਲਿਆ ਇਸ ਪਰਿਵਾਰ ਤੋਂ। ਉਹਨਾਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਖਰਾ ਬਣਾ ਲਿਆ। ਕਾਰਨ ਕਿ ਬਾਦਲ ਪਰਿਵਾਰ ਦੀ ਛਤਰ ਛਾਇਆ ਚੋਂ ਨਿਕਲੇ। ਬਾਦਲ ਪਰਿਵਾਰ ਨੂੰ ਪੰਥ ਨੇ, ਕੌਮ ਨੇ ਨਕਾਰ ਦਿੱਤਾ। ਜਿਨ੍ਹਾਂ ਨੇ ਸੌਦਾ ਸਾਧ ਵਰਗਿਆਂ ਨੂੰ ਮਾਫੀਨਾਮੇ ਜਾਰੀ ਕੀਤੇ, ਮੇਰੇ ਵਰਗੇ ਸਿੱਖ ਪ੍ਰਚਾਰਕਾਂ ਨੂੰ ਝੂਠੇ ਮੁਕੱਦਮੇ ਪਾ ਕੇ ਜੇਲ੍ਹਾਂ 'ਚ ਡੱਕਿਆ, ਸਾਡਾ ਨੁਕਸਾਨ ਕੀਤਾ, ਧਰਮ ਪ੍ਰਚਾਰ ਨੂੰ ਰੋਕਿਆ, ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਦੇ ਰਾਜ ਵਿੱਚ ਬਰਗਾੜੀ, ਬਹਿਬਲ, ਕੋਟਕਪੂਰਾ ਕਾਂਡ ਵਾਪਰਿਆ, ਲੋਹਾਰਾ ਕਾਂਡ ਵਾਪਰਿਆ, ਚੌੜ ਸਿੱਧਵਾਂ ਕਾਂਡ ਵਾਪਰਿਆ, ਔਰ ਜਿਸ ਦੇ ਰਾਜ ਵਿੱਚ ਔਰ ਜਿਸ ਦੇ ਪ੍ਰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਕਰ ਦਿੱਤੇ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਹ 328 ਸਰੂਪ ਕਿੱਥੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਕੋਈ ਵੀ ਭਰੋਸੇਯੋਗ ਜਵਾਬ ਅੱਜ ਤੱਕ ਨਹੀਂ ਦੇ ਸਕੀ। ਕਾਰਨ ਕਿ ਜਦੋਂ ਦਾ ਬਾਦਲ ਪਰਿਵਾਰ ਨੇ ਛਤਰ ਛਾਇਆ ਲਈ ਇਹਨਾਂ ਸਾਡੀਆਂ ਸੰਸਥਾਵਾਂ ਤੇ ਇਹਨਾਂ ਨੇ ਨਿਘਾਰ 'ਚ ਜਾਣਾ ਕੀਤਾ ਵਾ, ਇਹਨਾਂ ਸੰਸਥਾਵਾਂ ਦੇ ਸਿਧਾਂਤਾਂ ਨੂੰ, ਗੁਰਮਰਿਆਦਾਵਾਂ ਨੂੰ ਮਲੀਆ ਮੇਟ ਕਰ ਦਿੱਤਾ ਵਾ। ਸੋ ਮੈਂ ਕਹਿਣਾ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ, ਜਿੱਥੇ ਉਹਨਾਂ ਨੇ PTC ਬਾਰੇ ਤੁਰੰਤ ਹੁਕਮ ਜਾਰੀ ਕੀਤਾ ਵਾ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਿਤ ਕਰੇ, ਤੁਰੰਤ ਹੋਣਾ ਚਾਹੀਦਾ, ਨਹੀਂ ਤੇ ਪੰਥ ਨੂੰ ਕੋਈ ਮੋਰਚਾ ਨਾ ਲਾਉਣਾ ਪਵੇ ਇਸ ਗੱਲ ਦੇ ਉੱਪਰ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਅਸੀਂ ਜਿਸ ਤਰ੍ਹਾਂ ਦਿੱਲੀ ਨੇ ਵੱਖਰਾ ਅਕਾਲੀ ਦਲ, ਵੱਖਰੀ ਕਮੇਟੀ ਜਿਹੜੀ ਆ ਉਹਨਾਂ ਨੇ ਬਾਦਲ ਪਰਿਵਾਰ ਦੀ ਛਾਇਆ ਤੋਂ ਪਾਸੇ ਕਰ ਲਈ, ਅਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਹਰਿਆਣੇ ਦੇ ਸਿੱਖ ਸਲਾਹ ਕਰ ਰਹੇ, ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵੱਖਰਾ, ਸ਼੍ਰੋਮਣੀ ਅਕਾਲੀ ਦਲ ਵੱਖਰਾ ਹਰਿਆਣੇ ਦਾ ਵੀ ਹੋਊਗਾ, ਕਿਉਂਕਿ ਅਸੀਂ ਪੰਥ ਤੇ ਕੌਮ ਦੀ ਜੋ ਉੱਥੇ ਹਾਲਾਤ ਜਿਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ, ਇਹਨਾਂ ਨੇ ਜਾ ਕੇ ਉਹਨਾਂ ਦੀ ਬਾਂਹ ਫੜਨ ਵਾਸਤੇ ਉਹਨਾਂ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਜਾਊਗਾ। ਔਰ ਗੁਰਦੁਆਰਿਆਂ ਦਾ ਪ੍ਰਬੰਧ ਵੀ ਸੁਚੱਜਾ ਜਿਸ ਤਰ੍ਹਾਂ ਕੀਤਾ ਗਿਆ ਤੁਹਾਡੇ ਸਾਹਮਣੇ ਆ ਕਿ ਸ਼੍ਰੋਮਣੀ ਕਮੇਟੀ ਦਾ ਬਜਟ 500 ਕਰੋੜ ਘਾਟੇ ਨਾਲ ਪੇਸ਼ ਹੋ ਰਿਹਾ ਤੇ ਹਰਿਆਣਾ ਕਮੇਟੀ ਦਾ ਬਜਟ 25% ਵਾਧੇ ਨਾਲ ਪਾਸ ਹੋ ਰਿਹਾ। ਸੋ ਇੱਥੋਂ ਹੀ ਜਿਹੜਾ ਸੰਗਤਾਂ ਨੂੰ ਪਤਾ ਲੱਗ ਰਿਹਾ, ਕਿਉਂਕਿ ਫਰਕ ਇੱਥੇ ਆਉਂਦਾ ਕਿ ਸਾਡੇ ਹਰਿਆਣਾ ਕਮੇਟੀ ਦਾ ਇੱਕ ਵੀ ਮੈਂਬਰ ਕੋਈ 10 ਰੁਪਏ ਬੱਸ ਦਾ ਕਿਰਾਇਆ ਵੀ ਨਹੀਂ ਲੈਂਦਾ, ਔਰ ਸਾਡਾ ਹਰਿਆਣਾ ਕਮੇਟੀ ਦਾ ਮੈਂਬਰ ਮੇਰੇ ਸਮੇਤ ਨਾ ਕੋਈ ਗੱਡੀ ਦਾ ਤੇਲ ਲੈਂਦਾ, ਨਾ 10 ਰੁਪਏ ਉੱਥੋਂ ਆਪ ਦੇ ਖਰਚੇ ਤੇ ਅਸੀਂ ਪ੍ਰਬੰਧਾਂ ਨੂੰ ਸੁਧਾਰ ਰਹੇ ਹਾਂ ਸੰਗਤਾਂ ਦੇ ਵੱਲੋਂ।
ਸੋ ਇੱਥੇ ਜਿਸ ਤਰੀਕੇ ਨਾਲ ਘਪਲੇਬਾਜ਼ੀਆਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਸੰਗਤਾਂ 'ਚ ਅਸ਼ਰਧਾ ਫੈਲ ਰਹੀ ਆ, ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਜਿਹੜਾ ਬਜਟ ਘਾਟੇ 'ਚ ਇੱਕ ਤਾਂ ਦੁਰਉਪਯੋਗ ਹੋ ਰਿਹਾ, ਦੁਰਵਰਤੋਂ ਹੋ ਰਹੀ ਆ, ਤੇ ਦੂਸਰਾ ਜਿਹੜਾ ਹੈਗਾ ਉਹ ਸੰਗਤਾਂ 'ਚ ਸ਼ਰਧਾ ਦੀ ਕਮੀ ਜਿਹੜੀ ਆ ਉਹ ਆ ਰਹੀ ਹੈ। ਇਹਨਾਂ ਦੇ ਸੁਚੱਜੇ ਪ੍ਰਬੰਧ ਨਾ ਹੋਣ ਦੇ ਕਾਰਨ ਸੰਗਤਾਂ ਲੱਖਾਂ ਆ ਰਹੀਆਂ ਨੇ। ਦੇਖੋ ਅੱਜ ਵੀ ਮੈਨੂੰ ਕਈ ਘੰਟੇ ਲਾਈਨ ਵਿੱਚ ਲੱਗ ਕੇ ਫਿਰ ਮੱਥਾ ਟੇਕਿਆ, ਮੈਂ ਦਰਸ਼ਨ ਕੀਤੇ ਆ। ਇੰਨੀ ਵੱਡੀ ਗਿਣਤੀ 'ਚ ਸੰਗਤਾਂ ਨੇ ਤੇ ਬਜਟ ਘਾਟੇ 'ਚ ਆ। ਇਹਦਾ ਕਾਰਨ ਜਿਹੜਾ ਮੈਂ ਸਮਝਦਾ ਇਹ ਖੁਦ ਜਿਹੜਾ ਮੌਜੂਦਾ ਸਿਸਟਮ ਆ, ਪ੍ਰਬੰਧ ਆ, ਉਹ ਜ਼ਿੰਮੇਵਾਰ। ਇੱਕ ਗੱਲ ਮੈਂ ਹੋਰ ਕਹਿ ਦਿਆਂ, ਅਸੀਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਅਸੀਂ ਸਮਰਪਿਤ ਹਾਂ, ਪਰ ਅਸੀਂ ਮੌਜੂਦਾ ਪ੍ਰਬੰਧ ਦੇ ਸਿਸਟਮ ਦੇ ਖਿਲਾਫ ਹਾਂ। ਤੇ ਮੈਂ ਪੰਥ ਨੂੰ, ਕੌਮ ਨੂੰ ਅਪੀਲ ਕਰਦਾ, ਸਾਰੇ ਕਮਰ ਕੱਸੇ ਕਰੋ, ਨਿੱਜੀ ਗਿਲੇ ਸ਼ਿਕਵੇ ਛੱਡ ਕੇ, ਹਉਮੈ ਦਾ, ਈਗੋ ਦਾ ਤਿਆਗ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਰੇ ਆਪਣੀਆਂ ਇਹਨਾਂ ਮਹਾਨ ਸੰਸਥਾਵਾਂ ਨੂੰ ਆਜ਼ਾਦ ਕਰਾਇਆ ਜਾਵੇ, ਕਿਉਂਕਿ ਪੰਥ ਦੀ ਜਿਹੜੀ ਜਮਾਤ ਆ ਉਹਦੀ ਬੜੀ ਜ਼ਰੂਰਤ ਆ। ਕਿੱਥੇ ਦੁਨੀਆ ਭਰ ਦੇ ਵਿੱਚ ਸਿੱਖ ਜਦੋਂ ਕੋਈ ਮੁਸੀਬਤ ਆਉਂਦੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਵੱਲ ਦੇਖਦਾ ਸੀ, ਅਕਾਲ ਤਖਤ ਵੱਲ ਦੇਖਦਾ ਸੀ। ਪਰ ਅੱਜ ਜਿਸ ਤਰੀਕੇ ਨਾਲ ਹਾਲਾਤ ਪੈਦਾ ਕਰ ਦਿੱਤੇ ਸ਼੍ਰੋਮਣੀ ਸੰਸਥਾਵਾਂ ਦੇ, ਤਖਤਾਂ ਦੇ ਪ੍ਰਬੰਧ ਦੇ ਬਾਦਲ ਪਰਿਵਾਰ ਨੇ, ਉਹਦੇ ਨਿਰਾਸ਼ਾਜਨਕ ਆ। ਤੇ ਬਾਦਲ ਪਰਿਵਾਰ ਨੂੰ ਖੁਦ ਚਾਹੀਦਾ ਉਹ ਛੱਡ ਦੇਣ, ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਕਿ ਹੁਕਮ ਜਾਰੀ ਕਰਕੇ ਉਹਨਾਂ ਨੂੰ ਘਰ ਬਹਿਣ ਦਾ ਹੁਕਮ ਜਾਰੀ ਕਰਨ, ਤੇ ਦੂਜਾ ਪੰਥ ਰਤਨ ਫਖਰੇ ਕੌਮ ਜਿਹੜਾ ਉਹ ਵਾਪਸ ਲਿਆ ਜਾਵੇ, ਕਿਉਂਕਿ ਜਿਹਨੂੰ ਪੰਥ ਤੇ ਕੌਮ ਨਕਾਰ ਚੁੱਕੀ ਆ ਉਹ ਪੰਥ ਰਤਨ ਤੇ ਫਖਰੇ ਕੌਮ ਨਹੀਂ ਹੋ ਸਕਦਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਐਕਟ ਪਾਸ ਕੀਤਾ ਸੀ। ਹਰਿਆਣਾ ਸਰਕਾਰ ਨੇ ਕੁਝ ਗੁਰਦੁਆਰਿਆਂ ਦਾ ਪ੍ਰਬੰਧ ਲਿਆ ਸੀ, ਪਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਨੇ ਪ੍ਰਬੰਧ ਛੱਡਣਾ ਜਿਹੜਾ ਸੀ, ਉਹ ਹਰਿਆਣੇ ਦੇ ਸਿੱਖਾਂ ਨੂੰ ਪ੍ਰਬੰਧ ਦੇਣਾ ਜਿਹੜਾ ਸੀਗਾ ਉਹ ਸਹੀ ਨਹੀਂ ਸਮਝਿਆ, ਤੇ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਕਰ ਦਿੱਤੀ ਸੀ, ਜੋ 2014 ਤੋਂ ਚੱਲੀ ਆ ਰਹੀ ਆ। ਬਕਾਇਦਾ ਤਰੀਕਾਂ ਪੈ ਰਹੀਆਂ। ਜਦੋਂ ਦੀ ਦਾਸ ਨੂੰ ਸੇਵਾ ਸੰਭਾਲੀ ਆ, ਉਸ ਵੇਲੇ ਅਸੀਂ ਪਹੁੰਚ ਕਰਕੇ ਚੰਡੀਗੜ੍ਹ ਸੁਪਰੀਮ ਕੋਰਟ ਔਰ ਚੰਡੀਗੜ੍ਹ ਹਾਈ ਕੋਰਟ ਆਪਣੇ ਐਡਵੋਕੇਟ ਜਨਰਲ ਵਕੀਲ ਸਾਹਿਬਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਤੇ ਅਸੀਂ ਉਹਦੀ ਆਰਗੂਮੈਂਟ ਸ਼ੁਰੂ ਕਰਵਾਈ। ਪਹਿਲੀ ਵਾਰ ਉਹਦੀ 7 ਸਾਲਾਂ 'ਚ 1 ਫਰਵਰੀ ਨੂੰ ਆਰਗੂਮੈਂਟ ਹੋਈ ਸੀ। ਹੁਣ 29 ਤਰੀਕ ਨੂੰ, ਆਹੀ 3 ਦਿਨ ਪਹਿਲਾਂ 29 ਤਰੀਕ ਨੂੰ ਉਸ ਦੇ ਉੱਤੇ ਜਿਹੜੀ ਸੀ ਉਹ ਆਰਗੂਮੈਂਟ ਹੋਈ ਸੀਗੀ, ਔਰ ਹੁਣ 5-6 ਤਰੀਕ ਜਿਹੜੀ ਆ ਅਪ੍ਰੈਲ ਜਿਹੜੀ ਉਹ ਪਈ ਹੋਈ ਹੈ। ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਉਹਨਾਂ ਦਾ ਫੈਸਲਾ ਆਉਣਾ। ਅਸੀਂ ਹਰਿਆਣੇ ਦੇ ਸਿੱਖਾਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੇਸ ਆ ਉਹ ਲੜ ਰਹੇ। ਪਰ ਮੈਂ ਅਪੀਲ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਨੂੰ, ਜਿਸ ਤਰ੍ਹਾਂ ਦਿੱਲੀ ਦੇ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ, ਹਰਿਆਣੇ ਦੇ ਸਿੱਖਾਂ ਨੂੰ ਆਪਣਾ ਪ੍ਰਬੰਧ ਕਰਨ ਦਾ ਹੱਕ ਦੇਣਾ ਚਾਹੀਦਾ। ਇਹਨਾਂ ਨੂੰ ਸੰਗਤਾਂ ਦੇ 10-10 ਰੁਪਏ ਮੱਥੇ ਟੇਕੇ ਜਿਹੜੇ ਗੁਰੂ ਕੀ ਗੋਲਕ 'ਚ ਆ, ਉਹ ਕੋਰਟਾਂ 'ਚ ਬਰਬਾਦ ਨਹੀਂ ਕਰਨੇ ਚਾਹੀਦੇ। ਸੁਪਰੀਮ ਕੋਰਟ ਦੇ ਵਿੱਚ ਕਰੋੜਾਂ ਰੁਪਈਆ ਇੱਕ ਤਰੀਕ ਦਾ, ਲੱਖਾਂ ਰੁਪਈਆ ਤਾਂ ਸ਼੍ਰੋਮਣੀ ਕਮੇਟੀ ਦਾ ਜਾਂਦਾ, 20-25 ਲੱਖ ਰੁਪਈਆ ਵਕੀਲਾਂ ਨੂੰ ਦਿੰਦੇ ਆ, ਸੰਗਤਾਂ ਦਾ ਪੈਸਾ। ਇਹ ਨਾ ਤਾਂ ਅਵਤਾਰ ਸਿੰਘ ਮੱਕੜ ਦਾ ਸੀ, ਨਾ ਇਹ ਪ੍ਰਕਾਸ਼ ਸਿੰਘ ਬਾਦਲ ਦਾ, ਨਾ ਮੌਜੂਦਾ ਪ੍ਰਧਾਨ ਦਾ। ਇਹ ਸੰਗਤਾਂ ਦਾ ਪੈਸਾ ਵਾ ਜਿਹੜਾ ਬਰਬਾਦ ਕੀਤਾ ਜਾਂਦਾ। ਹਰਿਆਣਾ ਕਮੇਟੀ ਨੂੰ ਵੀ ਮਜਬੂਰੀ ਵਸ ਆਪਣਾ ਕੇਸ ਝਗੜਨ ਵਾਸਤੇ ਲੱਖਾਂ ਰੁਪਈਆ ਵਕੀਲਾਂ ਨੂੰ ਦੇਣਾ ਪੈਂਦਾ ਵਾ। ਸੋ ਮੈਂ ਅਪੀਲ ਕਰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਹੱਕ ਆ, ਉਹਨਾਂ ਨੂੰ ਸੇਵਾ ਸੰਭਾਲ ਮਿਲਣੀ ਚਾਹੀਦੀ ਆ। ਸ਼੍ਰੋਮਣੀ ਕਮੇਟੀ ਨੂੰ ਖੁਦ ਹੀ, ਅਕਾਲੀ ਦਲ ਬਾਦਲ ਨੂੰ ਖੁਦ ਹੀ ਇਹ ਜਿਹੜੀ ਰਿਟ ਪਾਈ ਹੋਈ ਉਹ ਵਾਪਸ ਲੈ ਲੈਣੀ ਚਾਹੀਦੀ ਆ, ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹਦੀ ਆਰਗੂਮੈਂਟ ਸ਼ੁਰੂ ਹੋ ਚੁੱਕੀ ਆ। ਜਲਦੀ ਮੈਨੂੰ ਲੱਗਦਾ ਕਿ ਇਹਦਾ ਫੈਸਲਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਹੋ ਜਾਊਗਾ। ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨ ਪੈਂਡਿੰਗ ਪਈਆਂ ਇਹਦੇ ਬਾਰੇ ਤਾਂ ਬਿਲਕੁਲ ਇਹ ਬਹੁਤ ਜ਼ਿਆਦਾ ਧੱਕਾ ਹੈ। ਜੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ 5 ਸਾਲ ਬਾਅਦ ਹੁੰਦੀਆਂ, ਮੈਂਬਰ ਪਾਰਲੀਮੈਂਟ ਦੀਆਂ, ਲੋਕ ਸਭਾ ਦੀਆਂ ਸਮੇਂ ਸਿਰ 5 ਸਾਲਾਂ ਬਾਅਦ ਹੁੰਦੀਆਂ ਨੇ, ਤੇ ਜੇ ਸਾਨੂੰ ਵੋਟਾਂ ਦੇ ਰਾਹ ਪਾਇਆ, ਇਲੈਕਸ਼ਨ ਦੇ ਰਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਫਿਰ ਇਹ ਸਮੇਂ ਨਾਲ ਕਿਉਂ ਨਹੀਂ ਹੁੰਦੀਆਂ। 2011 ਤੋਂ ਬਾਅਦ 11 ਸਾਲ ਹੋ ਚੱਲੇ ਆ ਕਿ ਇਹ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੂੰ 6 ਸਾਲ ਡਿਲੇ ਚੱਲ ਰਹੀਆਂ ਨੇ, ਔਰ ਇਹ ਤੁਰੰਤ ਹੋਣੀਆਂ ਚਾਹੀਦੀਆਂ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਉਹਨਾਂ ਨੂੰ ਕਰਾਇਆ ਜਾਵੇ, ਤਾਂ ਕਿ ਮਲਕ ਭਾਗੋ ਤੇ ਮੱਸੇ ਰੰਗੜ ਦੇ ਵਾਰਸਾਂ ਤੋਂ, ਪ੍ਰਬੰਧ ਬਾਦਲ ਪਰਿਵਾਰ ਤੋਂ ਲੈ ਕੇ ਤੇ ਭਾਈ ਲਾਲੋ ਦੇ ਵਾਰਸ ਸਿੱਖ ਜਿਹੜੇ ਆ ਉਹ ਆਪ ਆਪਣੀ ਸੇਵਾ ਸੰਭਾਲ ਇਹਨਾਂ ਸੰਸਥਾਵਾਂ ਦੀ ਕਰ ਸਕਣ।